ਪੰਜਾਬੀ ਏਕਤਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਿੱਤ ਨਵੇਂ ਵੱਡੇ ਫੈਸਲੇ ਲਏ ਜਾਂਦੇ ਹਨ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਰਿਵਾਰ ਸਮੇਤ ਪਿੰਡ ਸਤੋਜ ਪਹੁੰਚੇ, ਜਿੱਥੇ ਪਿੰਡ ਵਾਸੀਆਂ ਨੂੰ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਦੇ ਵਿਆਹ ਕਰਨ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਰਜ਼ੇ ਲੈ ਕੇ ਵਿਆਹ ਕਰਨੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰਦਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਬੰਦ ਕੀਤੀਆਂ ਗਈਆਂ ਪਿੰਡਾਂ ਦੀ ਬੱਸਾਂ ਮੁੜ ਚਲਾਈਆਂ ਜਾਣਗੀਆਂ, ਕਿਸੇ ਵੀ ਮੁਸਾਫਿਰ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸੀਐਮ ਮਾਨ ਨੇ ਕਿਹਾ ਕਿ ਹੁਣ ਪੈਸੇ ਕਾਰਨ ਕਿਸੇ ਦੀ ਬਿਮਾਰੀ ਦਾ ਇਲਾਜ ਨਹੀਂ ਰੁਕੇਗਾ, ਹਰ ਪਿੰਡ ਦੇ ਮੁਹੱਲਾ ਕਲੀਨਿਕਾਂ ਵਿੱਚ ਮੁਫਤ ਇਲਾਜ ਕੀਤਾ ਜਾਵੇਗਾ। ਨਾਲ ਹੀ ਬੁਢਾਪਾ ਪੈਨਸ਼ਨ ਲਈ ਬੈਂਕ ਜਾਣ ਦੀ ਲੋੜ ਨਹੀਂ ਪਵੇਗੀ, ਬੈਂਕ ਕਰਮਚਾਰੀ ਖੁਦ ਪਿੰਡ ਆ ਕੇ ਬਜ਼ੁਰਗਾਂ ਨੂੰ ਪੈਨਸ਼ਨ ਦੇਣਗੇ। ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਉੱਪਰ 12% GST ਲਾਉਣ ਮਗਰੋਂ ਕੇਂਦਰ ਸਰਕਾਰ ਘਿਰ ਗਈ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਚੁਫੇਰਿਓਂ ਵਿਰੋਧ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਟੈਕਸ ਵਾਪਸ ਲੈਣ ਲਈ ਕਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਨੇੜੇ ਸਥਿਤ ਸਰਾਵਾਂ ਤੇ 12% GST ਲਾਉਣ ਦੇ ਫੈਸਲੇ ਦੀ ਸਖਤ ਨਿੰਦਾ ਕਰਦਾ ਹਾਂ। ਧਰਮ ਸਥਾਨ ਸਭ ਦੇ ਸਾਂਝੇ ਹੁੰਦੇ ਹਨ, ਇਹ ਟੈਕਸ ਸ਼ਰਧਾਲੂਆਂ ਦੀ ਸ਼ਰਧਾ ਤੇ ਲਗਾਇਆ ਗਿਆ ਹੈ। ਕੇਂਦਰ ਨੂੰ ਅਪੀਲ ਹੈ ਕਿ ਤੁਰੰਤ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ। ਰੋਡਰੇਜ ਮਾਮਲੇ ਵਿੱਚ ਸਜ਼ਾ ਹੋਣ ਤੋਂ ਬਾਅਦ ਪਟਿਆਲਾ ਜੇਲ੍ਹ ਵਿੱਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਿਹਤ ਇੱਕ ਵਾਰ ਫਿਰ ਖਰਾਬ ਹੋ ਗਈ ਹੈ। ਇਸ ਵਾਰ ਨਵਜੋਤ ਸਿੰਘ ਸਿੱਧੂ ਦੇ ਦੰਦਾਂ ਵਿੱਚ ਤਕਲੀਫ ਹੋਣ ਦੇ ਚੱਲਦਿਆਂ ਉਹਨਾਂ ਨੂੰ ਸ਼ਹਿਰ ਦੇ ਰਾਗੋ ਮਾਜਰਾ ਇਲਾਕੇ ਦੇ ਨੇੜੇ ਇੱਕ ਪ੍ਰਾਈਵੇਟ ਡਾਕਟਰ ਕੋਲ ਜਾਂਚ ਲਈ ਲਿਜਾਇਆ ਗਿਆ। ਕੱਲ੍ਹ ਲਗਭਗ 10:30 ਵਜੇ ਸਿੱਧੂ ਸਖਤ ਸੁਰੱਖਿਆ ਹੇਠ ਡਾਕਟਰ ਕੋਲ ਪਹੁੰਚੇ। ਲਗਭਗ 1 ਘੰਟਾ ਚੱਲੀ ਜਾਂਚ ਤੋਂ ਬਾਅਦ ਉਹਨਾਂ ਨੂੰ ਵਾਪਸ ਜੇਲ੍ਹ ਲਿਜਾਇਆ ਗਿਆ ਹੈ। ਸਿੱਧੂ ਦੇ ਵਕੀਲ HPS ਵਰਮਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਪਿਛਲੇ ਕੁਝ ਸਮੇਂ ਤੋਂ ਦੰਦਾਂ ਨਾਲ ਖਾਣ ਪੀਣ ਵਿੱਚ ਤਕਲੀਫ ਹੈ। ਇਸ ਸੰਬੰਧੀ ਉਹਨਾਂ ਦਾ ਪਹਿਲਾਂ ਹੀ ਉਕਤ ਦੰਦਾਂ ਦੇ ਪ੍ਰਾਈਵੇਟ ਡਾਕਟਰ ਕੋਲ ਇਲਾਜ ਚੱਲ ਰਿਹਾ ਹੈ। ਇਸੇ ਘੜੀ ਵਿੱਚ ਸੋਮਵਾਰ ਨੂੰ ਸਿੱਧੂ ਜਾਂਚ ਲਈ ਡਾਕਟਰ ਕੋਲ ਪਹੁੰਚੇ ਸਨ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦੋਸ਼ੀ ਪ੍ਰਿਆਵਰਤ ਫੌਜੀ ਕਸ਼ਿਸ਼ ਤੇ ਦੀਪਕ ਤਿੰਨਾਂ ਨੂੰ ਮਾਨਸਾ ਦੀ ਅਦਾਲਤ ਵਿੱਚ ਫਿਰ ਤੋਂ ਪੇਸ਼ ਕੀਤਾ ਗਿਆ ਤੇ ਭਿੱਖੀ ਦੀ ਪੁਲਿਸ ਨੇ ਇੱਕ ਹੋਰ ਇਰਾਦਾ ਕਤਲ ਕੇਸ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾ ਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਹਨਾਂ ਨੂੰ 5 ਅਗਸਤ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪੁਲਿਸ ਇਹਨਾਂ ਤਿੰਨਾਂ ਦੋਸ਼ੀਆਂ ਤੋਂ ਜਿੱਥੇ ਆਲਟੋ ਕਾਰ ਖੋਹਣ ਦੇ ਮਾਮਲੇ ਵਿੱਚ ਪੁੱਛਗਿੱਛ ਕਰੇਗੀ, ਉੱਥੇ ਹੀ ਦੀਪਕ ਮੁੰਡੀ ਬਾਰੇ ਵੀ ਇਹਨਾਂ ਤਿੰਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੀ ਸਖਤੀ ਦਾ ਗਾਜ ਸਾਬਕਾ CM ਚਰਨਜੀਤ ਸਿੰਘ ਚੰਨੀ ਦੀ ਭਾਬੀ ਤੇ ਵੀ ਡਿੱਗ ਗਿਆ ਹੈ। ਸਾਬਕਾ CM ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਦੀ ਪਤਨੀ ਡਾਕਟਰ ਮਨਿੰਦਰ ਕੌਰ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਖਰੜ ਦੇ ਸਿਵਲ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਵਜੋਂ ਤਾਇਨਾਤ ਸੀ। ਕੁਝ ਦਿਨ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਖਰੜ ਹਸਪਤਾਲ ਦਾ ਚੈੱਕਅਪ ਕੀਤਾ ਸੀ, ਜਿਸ ਵਿੱਚ ਵਾਰਡ ਵਿੱਚ ਪੱਖੇ ਨਾ ਚਲਾਉਣ ਅਤੇ ਵਾਸ਼ਰੂਮਾਂ ਦੀ ਸਫਾਈ ਨਾ ਕਰਨ ਲਈ SMO ਨੂੰ ਤਾੜਨਾ ਕੀਤੀ ਗਈ, ਜਿਸ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਵਿਖੇ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ 20 ਜੁਲਾਈ ਨੂੰ ਖਰੜ ਹਸਪਤਾਲ ਪਹੁੰਚੇ ਸਨ। ਉਹਨਾਂ ਨਾਲ ਸਥਾਨਕ ਵਿਧਾਇਕ ਅਤੇ ਸ਼ਹਿਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੀ ਮੌਜੂਦ ਸਨ। ਇਸ ਦੌਰਾਨ ਮੰਤਰੀ ਨੇ SMO ਨੂੰ ਹਸਪਤਾਲ ਵਿੱਚ ਸਾਫ਼ ਸਫਾਈ ਬਾਰੇ ਵਿਸਤਾਰ ਨਾਲ ਦੱਸਿਆ। ਡਾਕਟਰ ਮਨਿੰਦਰ ਕੌਰ ਦੇ ਪਤੀ ਡਾਕਟਰ ਮਨੋਹਰ ਸਿੰਘ ਨੇ ਵੀ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਸੀ, ਇਸ ਦੇ ਲਈ ਉਹਨਾਂ ਨੇ SMO ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਉਹ ਬਸੀ ਪਠਾਣਾ ਤੋਂ ਕਾਂਗਰਸ ਦੀ ਟਿਕਟ ਦੀ ਮੰਗ ਕਰ ਰਹੇ ਸਨ। ਕਾਂਗਰਸ ਤੋਂ ਟਿਕਟ ਨਾ ਮਿਲਣ ਤੇ ਉਹ ਆਜ਼ਾਦ ਚੋਣ ਲੜੇ ਪਰ ਹਾਰ ਗਏ। ਉਹਨਾਂ ਨੂੰ ਉਮੀਦ ਸੀ ਕਿ ਚੰਨੀ ਦੀ ਲੋਕਪ੍ਰਿਯਤਾ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿੱਤਣਗੇ, ਪਰ ਚੰਨੀ ਖੁਦ 2 ਸੀਟਾਂ ਤੋਂ ਚੋਣ ਹਾਰ ਗਏ ਸਨ। ਇਸ ਸੰਬੰਧੀ ਡਾਕਟਰ ਮਨਿੰਦਰ ਕੌਰ ਨੇ ਦੱਸਿਆ ਕਿ ਉਸਨੇ ਨਿੱਜੀ ਕਾਰਨਾਂ ਕਰਕੇ ਨੌਕਰੀ ਛੱਡਣ ਦਾ ਫੈਸਲਾ ਕੀਤਾ ਹੈ। ਉਹਨਾਂ ਨੇ 10 ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਉਹ 22 ਸਾਲਾਂ ਤੋਂ ਕੰਮ ਕਰ ਰਹੀ ਹੈ। ਹੁਣ 3 ਮਹੀਨੇ ਦੇ ਨੋਟਿਸ ਪੀਰੀਅਡ ਦੀ ਡਿਊਟੀ ਹੋਵੇਗੀ। ਉਹਨਾਂ ਨੇ ਸਿਹਤ ਮੰਤਰੀ ਦੀ ਚੈਕਿੰਗ ਘਟਨਾ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਅੱਜ ਸਾਰੇ ਪਿੰਡ ਵਾਲਿਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਆਲੇ ਦੁਆਲੇ ਤੋਂ ਪਿੰਡਾਂ ਤੋਂ ਮੇਰੇ ਦੋਸਤ ਮਿੱਤਰ ਵੀ ਆਏ ਹੋਏ ਨੇ, ਮੀਡੀਆ ਵੀ ਆਇਆ ਹੋਇਆ। ਸੋ ਅਸੀਂ ਜਮਾ ਸਾਦਾ ਜਿਹਾ ਸਮਾਗਮ ਕੀਤਾ ਹੈ। ਤੁਹਾਨੂੰ ਵੀ ਮੈਂ ਅਪੀਲ ਕਰਦਾ ਕਿ ਪੰਜਾਬ ਦੇ ਵਿੱਚ ਬਹੁਤ ਜਿਹੜੇ ਵਿਆਹ ਨੇ ਉਹ ਬਹੁਤ ਮਹਿੰਗੇ ਹੋ ਗਏ। 50-50, 60-60, 70-70 ਲੱਖ ਲੱਗਣ ਲੱਗ ਗਿਆ। ਕਰਜ਼ੇ ਚੱਕ ਕੇ ਵਿਆਹ ਕਰਦੇ ਆ, ਅੱਡੀਆਂ ਚੱਕ ਫਾਹੇ ਲੈਂਦੇ ਆ। ਵਿਆਹ ਤਾਂ ਛੱਡੋ, ਭੋਗ ਵੀ ਇੰਨੇ ਮਹਿੰਗੇ ਹੋ ਗਏ। ਜਿਹਦੇ ਕੋਲੇ ਸਰਦਾ ਪੁੱਜਦਾ ਘਰ ਆ ਜਿਹੜਾ ਉਹ ਤਾਂ ਕਰ ਦਿੰਦਾ, ਮੁਸ਼ਕਲ ਪੈਂਦੀ ਹੈ ਗਰੀਬ ਨੂੰ, ਉਹਨੂੰ ਕਰਨਾ ਪੈਂਦਾ ਉਹਨਾਂ ਵਰਗਾ। ਸੋ ਆਪਾਂ ਜੇ ਗੁਰੂ ਘਰ ਤੋਂ ਆਸ਼ੀਰਵਾਦ ਲਈਏ, ਆਪਣੇ ਕੋਲੇ ਖਜ਼ਾਨਾ ਪਿਆ ਗੁਰੂ ਗ੍ਰੰਥ ਸਾਹਿਬ 'ਚ, ਆਸ਼ੀਰਵਾਦ ਲੈ ਕੇ ਉੱਥੋਂ ਕੋਈ ਵੀ ਆਪਣਾ ਕੋਈ ਦੁੱਖ ਸੁੱਖ ਦਾ ਸਮਾਗਮ ਕਰਨਾ ਹੈ ਤਾਂ ਸਾਦਾ ਰੱਖੋ। ਫਿਰ ਕਰਜ਼ੇ ਚੜ ਜਾਂਦੇ ਨੇ, ਫਿਰ ਚਿੰਤਾ ਦੇ ਵਿੱਚ ਰਹਿਣ ਲੱਗ ਜਾਂਦੇ ਆ।
ਔਰ ਬਾਣੀ 'ਚ ਲਿਖਿਆ ਚਿੰਤਾ ਚਿਖਾ ਸਮਾਨ। ਚਿੰਤਾ ਤਾਂ ਫਿਰ ਚਿਖਾ ਵੱਲ ਨੂੰ ਲੈ ਕੇ ਜਾਂਦੀ ਹੈ। ਤੇ ਮੈਂ ਚਾਹੁੰਦਾ ਕਿ ਪੰਜਾਬ ਘੁੱਗ ਵਸਦਾ ਹੋਵੇ, ਹੱਸਦਾ ਖੇਡਦਾ ਪੰਜਾਬ ਬਣੇ, ਤੀਆਂ ਲੱਗਣ, ਮੇਲੇ ਲੱਗਣ, ਕਬੱਡੀਆਂ ਦੇ, ਕੁਸ਼ਤੀਆਂ ਦੇ ਮੈਚ ਹੋਣ, ਦੌੜਾਂ ਹੋਣ, ਸਾਡੀਆਂ ਕੁੜੀਆਂ ਸਾਡੇ ਮੁੰਡੇ ਓਲੰਪਿਕ ਖੇਡਾਂ 'ਚ, ਏਸ਼ੀਆਈ ਖੇਡਾਂ 'ਚ, ਹੋਰ ਵੱਡੇ ਵੱਡੇ ਵਿਸ਼ਵ ਕੱਪਾਂ 'ਚ ਹਿੱਸਾ ਲੈ ਕੇ ਮੈਡਲ ਜਿੱਤ ਕੇ ਆਉਣ। ਕੱਲ ਹੀ ਹਜੇ ਬਰਮਿੰਘਮ ਦੇ ਵਿੱਚ ਜਿਹੜੀਆਂ ਖੇਡਾਂ ਚੱਲ ਰਹੀਆਂ ਨੇ, ਨਾਭੇ ਦੇ ਕੋਲੇ ਪਿੰਡ ਹੈ ਮਹਿਸ, ਉੱਥੋਂ ਦੀ ਕੁੜੀ ਹਰਜਿੰਦਰ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ। ਉਹ ਹਰਜਿੰਦਰ ਕੌਰ ਬਹੁਤ ਸਾਰੀਆਂ ਲੱਖਾਂ ਹੋਰ ਹਰਜਿੰਦਰ ਕੌਰਾਂ ਲਈ ਪ੍ਰੇਰਨਾ ਦਾ ਸਰੋਤ ਬਣੂ ਕਿ ਜੇ ਉਹ ਕੁੜੀ ਇੰਨੇ ਆਮ ਜੇ ਘਰ ਚੋਂ ਕਿ ਏਡਾ ਵੱਡਾ ਮੈਡਲ ਜਿੱਤ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ ਜਿੱਤ ਸਕਦੇ। ਪਰ ਉਹਨਾਂ ਸੁਪਨਿਆਂ ਨੂੰ, ਮੈਡਲਾਂ ਦੇ ਸੁਪਨਿਆਂ ਨੂੰ ਖੰਭ ਤਾਂ ਲੱਗਣਗੇ ਜੇ ਉਹਨਾਂ ਨੂੰ ਮਾਹੌਲ ਮਿਲੂਗਾ। ਆਸ਼ੀਰਵਾਦ ਹਮੇਸ਼ਾ ਬੰਦੇ ਨੂੰ ਹਰ ਮੈਦਾਨ ਦੇ ਵਿੱਚ ਫਤਿਹ ਕਰਦੇ ਨੇ। ਤੇ ਮੈਂ ਤੁਹਾਡਾ ਧੰਨਵਾਦ ਕਰਦਾ। ਸਾਡੇ ਦਰਮਿਆਨ ਅਮਨ ਅਰੋੜਾ ਜੀ ਜਿਹੜੇ ਕਿ ਮਿਨਿਸਟਰ ਨੇ, ਸੁਨਾਮ ਤੋਂ MLA ਨੇ, ਮੰਤਰੀ ਨੇ, ਅਫਸਰ ਮੇਰੇ ਪੰਜਾਬ ਸਰਕਾਰ ਦੇ ਵਿੱਚ, ਉਹਨਾਂ ਦਾ ਵੀ ਮੈਂ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਤੇ ਧੰਨਵਾਦ ਕਰਦਾ। ਔਰ ਜਿੰਨਾ ਤੁਸੀਂ ਮਾਣ ਬਖਸ਼ਿਆ ਉਹਦੇ ਲਈ ਤਾਂ ਮੈਂ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਰਾਂ ਤਾਂ ਵੀ ਮੈਨੂੰ ਲੱਗਦਾ ਕਈ ਜਨਮ ਲੈਣੇ ਪੈਣਗੇ। ਤੁਹਾਨੂੰ ਪਤਾ ਮੈਂ ਪਿੰਡ ਰੈਲੀ ਨਹੀਂ ਕਰਨਾ ਆਉਂਦਾ, ਤੇ ਜੇ ਪਿੰਡ ਹੀ ਰੈਲੀ ਕਰਨੀ ਪਏਗੀ ਤੇ ਬਾਕੀ ਤਾਂ ਮੈਂ ਕੀ ਕਰਾਂਗੇ। ਸਗੋਂ ਤੁਸੀਂ ਤਾਂ ਆਪ ਜਾਂਦੇ ਹੋ ਗੱਡੀਆਂ ਲੈ ਲੈ ਕੇ, ਮੈਨੂੰ ਪਤਾ ਹੁੰਦਾ ਤੁਹਾਡਾ ਕਿ ਤੁਸੀਂ ਆਪਣੇ ਪਿੰਡ ਦਾ ਪੁੱਤ ਸਮਝਦੇ। ਬਹੁਤ ਸਾਰੇ ਮੈਂ ਦੇਖਦਾ ਰਹਿੰਦਾ ਕਈ ਵੀਡੀਓ ਆ ਜਾਂਦੀਆਂ ਨੇ ਇੱਥੇ ਸੱਥ 'ਚ ਬੈਠਿਆਂ ਦੀਆਂ, ਕੋਈ ਆ ਜਾਂਦਾ TV ਵਾਲਾ ਤਾਂ ਤੁਸੀਂ ਮੇਰਾ ਮਾਣ ਵਧਾਉਂਦੇ ਰਹਿੰਦੇ ਹੋ। ਚਾਚੀਆਂ ਤਾਈਆਂ ਵੀ ਕਹਿੰਦੀਆਂ ਰਹਿੰਦੀਆਂ ਨੇ ਭਾਈ ਸਾਡਾ ਪੁੱਤ ਆ ਉਹ, ਤੇ ਹੈਗਾ ਵੀ ਆ। ਤੇ ਬਸ ਇਸੇ ਤਰ੍ਹਾਂ ਆਸ਼ੀਰਵਾਦ ਬਣਾਈ ਰੱਖਿਓ। ਪਰਮਾਤਮਾ ਭਲੀ ਕਰੂਗਾ, ਪਰਮਾਤਮਾ ਸਮੱਤ ਬਖਸ਼ੇ। ਗੁਰੂ ਘਰ ਖੜੇ ਆ, ਇਹੀ ਅਰਦਾਸ ਕਰਦੇ ਆ ਪਰਮਾਤਮਾ ਬਲ ਬਖਸ਼ੇ, ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਤੰਦਰੁਸਤੀਆਂ ਲੈ ਕੇ ਆਉਣੀਆਂ ਨੇ, ਨੌਕਰੀਆਂ ਵੀ ਦੇਣੀਆਂ ਮੁੰਡੇ ਕੁੜੀਆਂ ਨੂੰ, ਪੜ੍ਹੇ ਲਿਖਿਆਂ ਨੂੰ, ਘਰ ਵੀ ਬਣਾਉਣੇ ਆ ਬੜੇ ਵਧੀਆ, ਨਾਲ ਨਾਲ ਖੇਤੀ ਨੂੰ ਵੀ ਪੈਰਾਂ ਸਿਰ ਕਰਨਾ ਹੈ, ਮਜ਼ਦੂਰਾਂ ਨੂੰ ਵੀ ਉਹਨਾਂ ਦਾ ਬਣਦਾ ਹੱਕ ਦਿਵਾਉਣਾ ਹੈ, ਵਪਾਰ ਵੀ ਠੀਕ ਕਰਨਾ ਹੈ। ਤੇ ਜਿਹੜੀਆਂ ਪਹਿਲਾਂ ਕਦੇ ਆਪਣੇ ਹੁਣ ਪਿੰਡਾਂ 'ਚ ਬੱਸਾਂ ਆਉਣੀਆਂ ਹੀ ਹਟ ਗਈਆਂ ਸੀ। ਪਹਿਲਾਂ 7 ਵਾਲੀ ਤੇ ਜਾਂਦੇ ਹੁੰਦੇ, ਇੱਥੋਂ ਹੀ ਤਾਂ ਮੁੜਦੀ ਹੁੰਦੀ ਸੀ। ਉਹ 7 ਵਾਲੀ ਤੇ ਜਾਂਦੇ ਹੁੰਦੇ, 2:30 ਵਾਲੀ ਤੇ ਆਉਂਦੇ ਹੁੰਦੇ, ਠੀਕ ਹੈ ਨਾ। ਪਿੰਡਾਂ ਦੇ ਵਿੱਚ ਬੱਸਾਂ ਦੇ ਰੂਟ ਜਿਹੜੇ ਪੁਰਾਣੇ ਖਤਮ ਕਰਤੇ ਸੀ ਸਰਕਾਰਾਂ ਨੇ, ਉਹ ਬਹਾਲ ਕਰਾਂਗੇ। ਔਰ ਜਿਹੜਾ ਤੁਹਾਨੂੰ ਕਿਸੇ ਨੂੰ ਹੱਥ ਦੇ ਕੇ, ਕਿਸੇ ਬਗਾਨੇ ਨਾਲ ਸਕੂਟਰ ਤੇ ਬਹਿ ਕੇ, ਕਿਸੇ ਟਰਾਲੀ ਤੇ ਚੜ੍ਹ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਸ਼ਹਿਰ ਨੂੰ ਜਾਣਾ ਪੈਂਦਾ, ਉਹ ਤੁਹਾਡੀਆਂ ਮੁਸ਼ਕਿਲਾਂ ਹੱਲ ਹੋਣਗੀਆਂ। ਮੁਹੱਲਾ ਕਲੀਨਿਕ ਜਿਹਨੂੰ ਕਹਿੰਦੇ ਆ, ਪਿੰਡ ਦੇ ਵਿੱਚ ਉਹਨੂੰ ਆਮ ਆਦਮੀ ਕਲੀਨਿਕ ਕਹਿੰਦੇ ਆ। ਆਮ ਆਦਮੀ ਕਲੀਨਿਕ ਸ਼ਾਨਦਾਰ ਕਲੀਨਿਕ ਸਤੌਜ 'ਚ ਬਣਾਵਾਂਗੇ। 90% ਬਿਮਾਰੀਆਂ ਦਾ ਇਲਾਜ ਇੱਥੇ ਹੋ ਜਾਇਆ ਕਰੂ, ਸ਼ਹਿਰ ਜਾਣ ਦੀ ਲੋੜ ਨਹੀਂ। ਕੋਈ ਕਿਸੇ ਦਾ ਬਲੱਡ ਟੈਸਟ ਲੈਣਾ ਹੈ, ਇੱਥੇ ਹੀ ਟੈਸਟ ਲਿਆ ਕਰਨਗੇ, ਬਲੱਡ ਲੈ ਲਿਆ ਕਰਨਗੇ, ਖੂਨ ਉਹਦੇ ਵਿੱਚ ਲੈ ਕੇ ਉਹ ਲੈਬੋਰਟਰੀ ਨੂੰ ਭੇਜਣਗੇ। ਲੈਬੋਰਟਰੀ 'ਚੋਂ ਰਿਪੋਰਟ ਆਊਗੀ, ਤੁਹਾਨੂੰ ਦੱਸਣਗੇ ਕਿ ਆਹ ਦਵਾਈਆਂ ਨਾਲ ਠੀਕ ਹੋਊ। ਜੇ ਕੋਈ ਇਹੋ ਜਿਹੀ ਦਵਾਈ ਜਿਹੜੀ ਕਿ ਇੱਥੋਂ ਨਹੀਂ ਮਿਲਦੀ, ਫਿਰ ਤੁਹਾਨੂੰ ਦੱਸਿਆ ਜਾਊਗਾ ਕਿ ਸੁਨਾਮ ਜਾਂ ਸੰਗਰੂਰ ਇਲਾਜ ਕਰਾ ਲਓ। ਹੁਣ ਤੁਸੀਂ ਇਲਾਜ ਕਰਿਓ, ਕੋਈ ਹੁਣ ਪੈਸੇ ਵੱਲੋਂ ਇਲਾਜ ਵੱਲੋਂ ਹੋਣਾ ਨਹੀਂ ਰਹੂਗਾ ਕਿ ਪੈਸੇ ਨਹੀਂ ਹੈਗੇ ਇਲਾਜ ਨਹੀਂ ਕਰਾ ਸਕਦੇ। ਬਿਲਕੁਲ ਫ੍ਰੀ ਇਲਾਜ ਹੋਊਗਾ। 100 ਕਿਸਮ ਦੇ ਟੈਸਟ ਨੇ ਜਮਾ ਫ੍ਰੀ, ਕੋਈ ਦਵਾਈ ਦਾ ਪੈਸਾ ਨਹੀਂ ਲੱਗਦਾ। ਔਰ ਇਹ ਵੀ ਨਹੀਂ ਹੈਗਾ ਕਿ ਕੋਈ ਆਪਾਂ ਚ ਕੋਈ ਲਾਤਾ ਵੀ SCB, ਸਾਰੇ ਹੀ ਪਿੰਡ ਜਿਹੜਾ ਮਰਜ਼ੀ ਜਾਓ ਉੱਥੇ, ਜਦੋਂ ਮਰਜ਼ੀ। ਬੁਢਾਪਾ ਪੈਨਸ਼ਨਾਂ ਵਾਸਤੇ ਹੁਣ ਬੈਂਕ ਜਾਣ ਦੀ ਲੋੜ ਨਹੀਂ ਪੈਣੀ। ਬੈਂਕ ਵਾਲੇ ਇੱਥੇ ਆ ਕੇ ਤੁਹਾਨੂੰ ਬੁਢਾਪਾ ਪੈਨਸ਼ਨ ਘਰੇ ਦੇ ਕੇ ਫੈਸਲਾ ਕੀਤਾ
ਜਿਹੜਾ 17 ਤਰੀਕ ਇਸ ਮਹੀਨੇ 'ਚ ਆਲ ਪਾਰਟੀ ਮੀਟਿੰਗ 'ਚ ਇੱਕ ਨੰਬਰ ਦਾ ਮੁੱਦਾ ਸੀਗਾ ਕਿ ਮਹਿੰਗਾਈ 'ਚ ਚਰਚਾ ਹੋਣੀ ਚਾਹੀਦੀ ਹੈ। 2 ਹਫ਼ਤੇ ਇਹਨਾਂ ਨੇ ਚਰਚਾ ਨਹੀਂ ਹੋਣ ਦਿੱਤੀ, ਲੇਕਿਨ ਮੈਂ ਵਧਾਈ ਦਿੰਦੀ ਹਾਂ ਕਿ ਅੱਜ ਇਹਨਾਂ ਨੇ ਇਸ ਚਰਚਾ ਨੂੰ ਸ਼ਾਮਿਲ ਕੀਤਾ ਹੈ। ਸਰ, ਦੋਨੋਂ ਪਾਸਿਆਂ ਦੀ ਗੱਲ ਕਰੀਏ, ਵੱਡੀ ਗੱਲਾਂ ਲੋਕਾਂ ਨੂੰ ਸੁਣਨ ਨੂੰ ਮਿਲਦੀਆਂ ਨੇ। ਮੈਨੂੰ ਦੁੱਖ ਹੁੰਦਾ ਹੈ ਜਦ ਇਸ ਪਾਸੇ ਦੇ ਲੋਕੀ ਕਹਿੰਦੇ ਮਹਿੰਗਾਈ ਵਰਗੀ ਚੀਜ਼ ਹੀ ਨਹੀਂ ਹੈ ਤੇ ਮਖੌਲ ਉਡਾਉਂਦੇ ਨੇ। ਮੇਰਾ ਖਿਆਲ ਗਰੀਬ ਦੇ ਤਕਲੀਫ ਦੇ ਉੱਤੇ ਨਮਕ ਛਿੜਕਣ ਦਾ ਕੰਮ ਕਰ ਰਹੇ ਨੇ। ਕਦੇ ਕਾਂਗਰਸ ਆਉਂਦੀ ਹੈ, ਕਹਿੰਦੇ ਕਿਸਾਨਾਂ ਕਰਜ਼ਾ ਮਾਫ ਕਰ ਨੌਕਰੀ ਕਰਕੇ, ਕਦੇ ਪੰਜਾਬ 'ਚ ਸਰਕਾਰ, ਕਦੇ ਮੱਧ ਪ੍ਰਦੇਸ਼ 'ਚ, ਕਦੇ ਰਾਜਸਥਾਨ 'ਚ, ਤੇ ਕਦੇ ਆ ਜਾਂਦੇ ਨੇ ਜਿਹੜੇ ਕਹਿੰਦੇ ਕਿ 75 ਸਾਲ ਆਜ਼ਾਦੀ ਦੇ ਕਿਸਾਨੀ ਦਾ ਡਬਲ ਇਨਕਮ ਡਬਲ ਕੀਤੀ ਜਾਊਗੀ, ਉਹਨਾਂ ਦੀ ਆਏ ਦੁੱਗਣੀ ਕੀਤੀ ਜਾਊਗੀ। 2015 'ਚ ਇਹਨਾਂ ਦਾ ਦਾਵਾ ਸੀਗਾ। ਅੱਜ 15 ਤੋਂ 2022 ਆ ਗਈ, ਹੁਣ ਕਹਿੰਦੇ ਤਿਰੰਗਾ 'ਚ ਲਟਕਾਓ। ਲੇਕਿਨ ਮੈਂ ਜ਼ਰੂਰ ਕਹਿੰਦੀ ਹਾਂ ਕਿ 15 ਅਗਸਤ 'ਚ ਉਹ ਜ਼ਰੂਰ ਉਹ ਕਿਸਾਨਾਂ ਨੂੰ ਬੁਲਾਓ ਜਿਨ੍ਹਾਂ ਦੀ ਆਹ ਦੁੱਗਣੀ ਹੋ ਗਈ ਹੈ, ਕਿਉਂਕਿ ਅੱਜ ਕਿਸਾਨਾਂ ਦੀ ਜਿੰਨੀ ਮਾੜੀ ਹਾਲਤ ਹੈ। ਮੈਂ ਉਸ ਸੂਬੇ ਤੋਂ ਆਉਂਦੀ ਹਾਂ ਜਿੱਥੇ ਇਹਨਾਂ ਨੇ ਆਪਣੀ ਪੀਠ ਥਪਥਪਾ ਕੇ ਬਾਰ-ਬਾਰ ਕਿਹਾ ਅਸੀਂ ਗਰੀਬਾਂ ਨੂੰ ਰਾਸ਼ਨ ਦਿੰਦੇ, ਗਰੀਬਾਂ ਨੂੰ ਰਾਸ਼ਨ। ਇਹ ਰਾਸ਼ਨ ਜੇ ਤੁਸੀਂ ਗਰੀਬਾਂ ਨੂੰ ਪਹੁੰਚਾ ਰਹੇ ਹੋ, ਜੇ ਕੋਵਿਡ ਦੇ ਸਮੇਂ ਤੁਹਾਡੀ ਸਾਰੀ ਅਰਥ ਵਿਵਸਥਾ ਖਤਮ ਹੋ ਗਈ ਸੀ, ਉਹ ਕਿਸਾਨਾਂ ਦੀ ਬਦੌਲਤ ਜਿਹੜੇ ਲੋਕਾਂ ਦਾ ਢਿੱਡ ਭਰਿਆ, ਤੇ ਉਸ ਕਿਸਾਨਾਂ ਦੇ ਵਿੱਚ ਸਭ ਤੋਂ ਵੱਡਾ ਉਸ ਭੰਡਾਰ 'ਚ ਅੰਨ ਭੰਡਾਰ ਪੰਜਾਬ ਦੇ ਕਿਸਾਨ ਭਰਦੇ ਸੀਗੇ। ਅੱਜ ਉਹਨਾਂ ਪੰਜਾਬ ਦੇ ਕਿਸਾਨਾਂ ਦਾ ਕੀ ਹਾਲ ਹੈ? ਇੱਕ ਪਾਸੇ ਬਾੜ ਆਈ ਹੋਈ ਹੈ, ਇੱਕ ਪਾਸੇ ਨਕਲੀ ਬੀਜ ਦੇ ਨਾਲ ਭਾਵੇਂ ਸੂਰਜਮੁਖੀ ਹੋਏ, ਭਾਵੇਂ ਮੂੰਗ ਹੋਏ, ਨਰਮੇ ਦੇ ਉੱਤੇ 3 ਸਾਲ ਹੋ ਗਏ ਹਰ ਸਾਲ ਬਿਮਾਰੀ ਲੱਗਦੀ ਹੈ। ਲੇਕਿਨ ਨਾ ਤਾਂ ਕੇਂਦਰ ਦੀ ਸਰਕਾਰ ਤੇ ਨਾ ਸੂਬੇ ਦੀ ਸਰਕਾਰ ਉਹਨਾਂ ਦੁਕਾਨਦਾਰਾਂ 'ਚ ਜਾਂ ਉਹਨਾਂ ਕੰਪਨੀਆਂ ਦੇ ਉੱਤੇ ਕੋਈ ਐਕਸ਼ਨ ਲੈਂਦੇ ਨੇ। ਹਰ ਪੱਖੋਂ ਕੀਮਤਾਂ ਆਪਾਂ ਸਵਾਮੀਨਾਥਨ ਕਮੇਟੀ ਦੀ ਗੱਲ ਕਰਦੇ ਹਾਂ, ਲਾਗੂ ਕੀਤਾ ਜਾਏਗਾ। ਕਿਸਾਨਾਂ ਦੇ ਨਾਲ ਭੱਦਾ ਮਜ਼ਾਕ। ਅੱਜ ਸਰਕਾਰ ਦੇ ਲੀਡ ਸਪੀਕਰ ਨੇ ਕਿਹਾ ਕਿ ਅਸੀਂ MSP 'ਚ ਕਮੇਟੀ ਬਣਾਈ ਹੈ। 1.5 ਸਾਲ ਅੰਦੋਲਨ ਚੱਲਿਆ, ਸਾਲ ਪਰ ਬੈਠਿਆ, 700 ਕਿਸਾਨ ਸ਼ਹੀਦ ਹੋ ਗਏ, ਤੇ ਇੱਕ ਜ਼ਬਾਨ ਦਿੱਤੀ ਸੀ ਕਿ MSP ਦੇ ਉੱਤੇ ਇੱਕ ਕਮੇਟੀ ਬਣਾਈ ਜਾਊਗੀ। ਤੇ ਅੱਜ ਜ਼ਰੂਰ ਮੈਂ ਬੋਲਣਾ ਚਾਹੁੰਦੀ ਹਾਂ ਕਿ ਆਹ ਕਮੇਟੀ ਦਾ ਕੀ ਮੇਨ ਮੱਦਾ ਆ ਚਿੱਠੀ ਸੀਗੀ ਜਿਹੜਾ 9 ਦਸੰਬਰ 2021 ਨੂੰ ਕਿਸਾਨਾਂ ਨੂੰ ਦੇ ਕੇ ਉਹ ਅੰਦੋਲਨ ਚੱਕਿਆ ਸੀਗਾ। ਤੇ ਕੀ ਲਿਖਿਆ ਹੈ? ये स्पष्ट किया जाता है कि किसान प्रतिनिधि में SKM के प्रतिनिधि भी शामिल होंगे। कमेटी का एक मैंडेट ये होगा कि देश के किसानों को MSP मिलना किस तरह सुनिश्चित किया जाए। मेरी हिंदी तो खराब हो सकती है लेकिन इन्हां दी नहीं। लेकिन हैरानी दी गल कि हुण जद गज़ट आंदा है 2022 च ਤੇ ਉਹਨੂੰ ਬਦਲ ਕੇ ਕੀ ਕਰ ਦਿੱਤਾ ਜਾਂਦਾ ਹੈ? 26 ਦੇ 26 ਮੈਂਬਰ ਉਹ ਜਿਹੜੇ ਕਾਲੇ ਕ੍ਰਿਸ਼ੀ ਕਾਨੂੰਨ ਦਾ ਵਕਾਲਤ ਕਰਦੇ ਸੀ, ਤੇ ਅੱਜ ਉਹਨਾਂ ਕਿਸਾਨਾਂ ਨੇ ਤਾਂ ਤੁਹਾਡੀ ਉਸ ਕਮੇਟੀ ਨੂੰ ਨਕਾਰਤਾ, ਕਿਉਂਕਿ ਉਹ ਕਮੇਟੀ ਕਹਿੰਦੀ ਹੈ ਟੂ ਮੇਕ ਦ MSP ਮੋਰ ਇਫੈਕਟਿਵ ਐਂਡ ਟ੍ਰਾਂਸਪੇਰੈਂਟ। ਤੇ ਕਿੱਥੇ ਜਾਏ ਕਿਸਾਨ? ਤੁਸੀਂ ਕਹਿੰਦੇ ਮਹਿੰਗਾਈ ਨਹੀਂ ਹੈ। ਮਹਿੰਗਾਈ ਦੀ ਜੇ ਮੈਂ ਗੱਲ ਕਰਨ ਲੱਗ ਜਾ ਤਾਂ ਬਹੁਤ ਲੰਬਾ ਚੌੜਾ ਹੋ ਜਾਊਗਾ। ਮੈਂ ਸਿਰਫ ਇੰਨਾ ਹੀ ਪੁੱਛਣਾ ਚਾਹੁੰਦੀ ਹਾਂ ਕਿ ਅੱਜ ਕੀ ਕੀਮਤ ਹੈ ਕਿ ਡੀਜ਼ਲ ਦੀ, ਕੀ ਕੀਮਤ ਹੈਗੀ ਬੀਜਾਂ ਦੀ, ਕੀ ਕੀਮਤਾਂ ਹੈਗੀ ਜਿਹੜੀ ਦਵਾਈਆਂ ਦੀ। हर चीज़ की कीमत दुगनी हुई है। तो जब डीजल ते पेट्रोल की कीमत दुगनी होती है, ट्रैक्टर चलाना मुश्किल हो जाता है, उसकी कीमत दुगनी हो जाती है, इनपुट कॉस्ट सारी बढ़ जाती है। लेकिन इनपुट कॉस्ट जो फैसला करते हैं वो कीमत तो 100% बढ़ गई ने पिछले 8 सालों च। तो मैं इस सदन में दसना चाहती हाँ कि जेड़े किसान अन्न भंडार नूं भरते हैं वो किसान के ढिड च इहो जी लत कि जब MSP बढ़ती है वो कल्ले 2% बढ़ती है। डीजल पेट्रोल बीज खाद यूरिया DAP सारा कुछ 100 गुना बढ़ता है, लेकिन MSP कल्ले 2% बढ़ती है। एक किसानों के नाल गरीबों के नाल भद्दा मजाक नहीं हैगा तो की हैगा। हर पक्षों एक सरकार ने लोगों के विरोधी अज कहते हैं कि इत्थे कोई मुश्किल ही नहीं हैगी। लोगों को अज गरीब का यह हाल हैगा कि किसान ना अपने बच्चों को किसी चंगे स्कूल च भेज सकता है, सर 2 मिनट्स ना चंगे स्कूल च भेज सकता है, प्राइवेट स्कूल तो छड़ दो, ट्यूशन तक नहीं करा सकता, ना गरीब किसी गरीब चंगे हस्पताल च अपना इलाज करा सकता है। तो रोटी वास्ते जब मोहताज हो गया तो उस किसान की उगाई हुई फसल को गरीबों के विच वड़ के अपना पीठ थपथपा के कह रहे महंगाई वर्गी चीज़ नहीं है। मैनू इस गल नूं सुन के दुख होंदा है। मैं डिमांड करदी हां तुसीं स्वामीनाथन कमेटी नूं लागू करो, जिहड़ी उन्हां दी रिपोर्ट हैगी उहनूं लागू करो। C2+50% जिहड़ा तुहाडा वादा सी, जे तुसीं हरेक चीज़ से GST, आज गरीबां दे दही चावल च भी तुसीं GST बता रहे हो, डीजल च यूरिया च हर चीज़ से GST 2 मिनट्स। तो फिर क्यों किसान दे अन्न दे उत्ते जे हर चीज़ च GST लग सकती है तो ओदी कॉस्ट करके ओदे भी 28% GST लगा के ओनू MSP बनाओ ताकि किसान नूं भी अपना हक मिले। बड़ी अफसोस की गल है कि ये सरकार कहती महंगाई वर्गी कोई चीज़ नहीं है, गरीब का जीना औखा हो रहा है, तो ये सरकार अपने आप की वाहवाही लूट रही है, फोकी वाहवाही। बहुत इस गल का दुख है। मैं उम्मीद करती हूँ
ਲੋਕਾਂ ਦਾ ਬੋਝ ਘਟਾਉਣ ਵਾਸਤੇ ਸਰਕਾਰ ਕੋਈ ਠੇਸ ਉਪਰਾਲੇ ਕਰੇ। ਥੈਂਕ ਯੂ।